ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਕੌਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ। ਅਸੀਂ ਅੱਜ ਜਿਸ ਮੁੱਦੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਅੰਨਦਾਤੇ ਲਈ ਮੋਤੀਆਂ ਦਾ ਕਾਲ। ਤੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਜੀ। ਭੁੱਲਰ ਸਰ, ਤੁਹਾਡਾ ਸਵਾਗਤ ਹੈ। ਬੜੀ ਮਿਹਰਬਾਨੀ ਅਮਰ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਭਰ ਵਿੱਚ ਕਿਸਾਨਾਂ ਨਾਲ ਜੋ ਕੀਤਾ ਜਾ ਰਿਹਾ ਹੈ ਤੇ ਸਰਕਾਰ ਨੇ ਜਿਹੜੇ ਫੈਸਲੇ ਲਏ ਹੈ ਉਹ ਉਹਨਾਂ ਤੋਂ ਕਿਸਾਨ ਕਾਫੀ ਖਫਾ ਨੇ। ਇਸੇ ਦੌਰਾਨ ਕੇਰਲ ਸਰਕਾਰ ਨੇ ਕਿਸਾਨ ਪੱਖੀ ਫੈਸਲਾ ਲਿਆ ਹੈ ਜਿਸ ਨਾਲ ਕਿ ਕਿਸਾਨ ਤਸੱਲੀ ਮਹਿਸੂਸ ਕਰ ਰਹੇ ਨੇ। ਇਹ ਫੈਸਲਾ ਕੀ ਹੈ ਤੇ ਇਸ ਦਾ ਕਿਸਾਨਾਂ ਨੂੰ ਕੀ ਲਾਭ ਹੋਵੇਗਾ, ਇਸ ਬਾਰੇ ਸਾਨੂੰ ਥੋੜਾ ਚਾਨਣਾ ਪਾਓ। ਅਮਰਤ, ਗੱਲ ਇਹ ਹੈ ਕਿ ਜਦੋਂ ਕੋਈ ਵੀ ਸਰਕਾਰ ਹੈ ਚਾਹੇ, ਤਾਂ ਜਦੋਂ ਉਹਦੀ ਸੋਚ ਔਰ ਨੀਤੀ ਔਰ ਨੀਅਤ ਦੇ ਵਿੱਚ ਇੱਕ ਸੁਮੇਲ ਬਣ ਜੇ ਜੀ, ਤਾਂ ਫਿਰ ਔਰ ਉੱਪਰੋਂ ਉਹਨਾਂ ਦਾ ਇੱਕ ਜਜ਼ਬਾ ਹੋਵੇ ਗੌਰਮੈਂਟ ਦਾ, ਤਾਂ ਫਿਰ ਕੁਝ ਵੀ ਜਿਹੜਾ ਪੋਸੀਬਲ ਹੈ, ਕੁਝ ਵੀ ਇੰਪੋਸੀਬਲ ਨਹੀਂ ਹੁੰਦਾ, ਕੁਝ ਵੀ ਸਰਕਾਰ ਕਰ ਸਕਦੀ ਹੈ। ਇਕੱਲੀ ਕੇਰਲਾ ਗੌਰਮੈਂਟ ਕੀ, ਸਾਰੀਆਂ ਸਰਕਾਰਾਂ ਹੀ ਇੱਦਾਂ ਦੇ ਫੈਸਲੇ ਲੈ ਸਕਦੀਆਂ ਨੇ। ਪਰ ਉਹਨਾਂ 'ਚ ਇੱਕ ਜਿਹੜੀ ਪੋਲੀਟੀਕਲ ਬਿੱਲ ਹੈ, ਜਿਹੜੀ ਬਿੱਲ ਪਾਵਰ ਹੈ, ਉਹ ਹੋਣੀ ਜ਼ਰੂਰੀ ਹੈਗੀ ਹੈ। ਤਾਂ ਜਦੋਂ ਜਿਵੇਂ ਤੁਸੀਂ ਕਿਹਾ ਹੈਗਾ ਕਿ ਸਾਰੇ ਮੁਲਕ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਿਸਾਨ ਹੈ ਉਹ ਸੜਕਾਂ 'ਤੇ ਨੇ ਅਤੇ ਆਪਣਾ ਰੋਸ ਜਿਹੜਾ ਜ਼ਾਹਰ ਕਰ ਰਹੇ ਨੇ, ਤਾਂ ਇਸੇ ਦੌਰਾਨ ਇੱਕ ਚੰਗਾ ਫੈਸਲਾ ਆਇਆ ਜੀ ਤੋਂ ਸਾਨੂੰ ਤਸੱਲੀ ਦੇਣ ਵਾਲਾ ਹੈ। ਕਿਸੇ ਸਟੇਟ ਗੌਰਮੈਂਟ ਨੇ ਇੱਕ ਚੰਗਾ ਸਟੈਪ ਲਿਆ। ਤਾਂ ਕੇਰਲਾ ਗੌਰਮੈਂਟ ਨੇ ਉੱਥੇ ਕੀ ਕੀਤਾ ਹੈਗਾ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ 16 ਦੇ ਕਰੀਬ ਹੈ ਜਿਹੜੇ ਫਲ ਔਰ ਸਬਜ਼ੀਆਂ ਹੈਗੀਆਂ ਨੇ ਉਹਨਾਂ 'ਤੇ MSP ਸਟੇਟ ਗੌਰਮੈਂਟ ਦੀ ਤਰਫੋਂ ਫਿਕਸ ਕਰ ਦਿੱਤੀ ਹੈਗੀ ਹੈ। ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਉਹਨਾਂ ਦੀ ਫਰੂਟਸ ਹੈਗੇ ਨੇ, ਵੈਜੀਟੇਬਲ ਹੈਗੇ ਨੇ, ਉਹਨਾਂ ਦਾ ਜਿਹੜਾ ਕਾਸਟ ਆਫ ਪ੍ਰੋਡਕਸ਼ਨ ਹੈਗਾ ਉਹਦੇ ਵਿੱਚ 20% ਐਡ ਕਰਕੇ ਇਹ ਤੈਅ ਕਰ ਲਿਆ। ਔਰ ਹੁਣ 1 ਨਵੰਬਰ ਤੋਂ ਇਹਨਾਂ ਨੇ ਜਿਹੜੀ ਉੱਥੋਂ ਦੇ CM ਨੇ ਐਲਾਨ ਕੀਤਾ ਹੈ ਕਿ ਇਸ ਜਿਹੜੀ ਨਵੇਂ MSP ਨੂੰ ਸਟੇਟ ਤਰਫੋਂ ਇੰਪਲੀਮੈਂਟ ਕੀਤਾ ਜਾਏਗਾ। ਤਾਂ ਇਹਦੇ ਨਾਲ ਕੀ ਹੈ ਕਿ ਉੱਥੋਂ ਦੀ ਜਿਹੜੀ ਪ੍ਰੋਡਕਟਿਵਿਟੀ ਹੈ ਜਾਂ ਪ੍ਰੋਡਕਸ਼ਨ ਹੈ ਉਸ ਨੂੰ ਵੀ, ਪੈਦਾਵਾਰ ਨੂੰ ਵੀ ਫਾਇਦਾ ਹੋਏਗਾ, ਪਲੱਸ ਜਿਹੜੇ ਉੱਥੋਂ ਦੇ ਕਿਸਾਨ ਹੈ ਉਹਨਾਂ ਦੀ ਜਿਹੜੀ ਆਰਥਿਕਤਾ ਹੈ ਉਹਨੂੰ ਵੀ ਇੱਕ ਤਰ੍ਹਾਂ ਦਾ ਜਿਹੜਾ ਠੁੰਮਣਾ ਮਿਲੇਗਾ। ਤਾਂ ਇਹ ਕੇਰਲਾ ਗੌਰਮੈਂਟ ਦਾ ਇਹ ਨਹੀਂ ਕਿ ਪਹਿਲਾ ਫੈਸਲਾ ਹੈਗਾ। ਜਿੰਨੀ ਵੀ ਲੈਫਟ ਦੀ ਗੌਰਮੈਂਟ ਰਹੀ ਹੈ, ਜਿਸ ਤਰ੍ਹਾਂ ਪਹਿਲਾਂ ਵੈਸਟ ਬੰਗਾਲ ਕਹਿ ਸਕਦੇ ਹਾਂ, ਕੇਰਲਾ ਇਹਨਾਂ ਦੇ ਬਹੁਤ ਇਸ ਕਿਸਮ ਦੇ ਫੈਸਲੇ ਰਹੇ ਨੇ, ਜਾਂ ਹੋਰ ਸਰਕਾਰਾਂ ਨੇ ਵੀ ਟਾਈਮ ਟੂ ਟਾਈਮ ਇੱਦਾਂ ਦੇ ਫੈਸਲੇ ਲੈਂਦੀਆਂ ਰਹੀਆਂ ਸਰਕਾਰਾਂ। ਹਾਲਾਂ ਉਹਦੀ ਨਿਸਬਤ ਕਿ ਸਾਡੇ ਪੰਜਾਬ ਦੇ ਵਿੱਚ ਇੱਦਾਂ ਦਾ ਕੋਈ ਕੋਈ ਮਾਰ ਕੇ ਵਾਲੀ ਗੱਲ ਸਾਡੀਆਂ ਸਰਕਾਰਾਂ ਨੇ ਕਦੇ ਕੀਤੀ ਨਹੀਂ ਕਿਸਾਨਾਂ ਦੇ ਪ੍ਰਤੀ। ਤਾਂ ਕੇਰਲਾ ਗੌਰਮੈਂਟ ਨੇ ਇੱਕ ਵਾਰ ਉੱਥੇ ਅਮਰਤ ਇੱਦਾਂ ਵੀ ਕੀਤਾ ਸੀ ਕਿ ਜਿਹੜੇ ਛੋਟੇ ਫਾਰਮਰ ਨੇ, ਜਿਹੜੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਆਉਂਦੇ ਸੀ, ਬੱਸਾਂ ਦੇ ਉੱਪਰ ਲੈ ਕੇ ਆਉਂਦੇ ਸੀ, ਆਪਣੀ ਸਬਜ਼ੀ ਲੈ ਕੇ ਆਉਂਦੇ ਸੀ, ਫਰੂਟ ਲੈ ਕੇ ਆਉਂਦੇ ਸੀ, ਤਾਂ ਉੱਥੋਂ ਦੀ ਗੌਰਮੈਂਟ ਨੇ ਉਹਨਾਂ ਸਾਰਿਆਂ ਦੇ ਲਈ ਜਿਹੜੀ ਮੁਆਫ ਕਰਤੀ ਸੀ ਕਿ ਇਹਨਾਂ ਤੋਂ ਕੋਈ ਟਿਕਟ ਨਹੀਂ ਲੱਗੇਗੀ। ਜਿਵੇਂ ਸਾਡੇ ਤਾਂ ਇਹ ਹੈ ਨਾ ਕਿ ਬੱਸਾਂ 'ਚ ਅਸੀਂ ਜੇ ਕੋਈ ਸਬਜ਼ੀ ਲੈ ਕੇ ਜਾਂਦੇ, ਪਹਿਲੀ ਗੱਲ ਤਾਂ ਕੋਈ ਰਖਾਉਂਦਾ ਨਹੀਂ, ਜੇ ਰਖਾਉਂਦਾ ਤਾਂ ਉਸ 'ਤੇ ਟਿਕਟ ਵੱਖਰੀ ਲੱਗਦੀ ਹੈ, ਤਾਂ ਉਹਨਾਂ ਨੂੰ ਫ੍ਰੀ ਕਰ ਦਿੱਤੀ ਗਈ ਸੀ। ਜਿਵੇਂ ਹੁਣ ਲੇਡੀਜ਼ ਨੂੰ ਪੰਜਾਬ ਦੀ ਬੱਸਾਂ 'ਚ ਹਾਫ ਟਿਕਟ ਹੈ ਜਿਹੜੀ ਫ੍ਰੀ ਕਰਨ ਦਾ ਫੈਸਲਾ ਲਿਆ ਸੀਗਾ। ਇਸੇ ਤਰ੍ਹਾਂ ਹੀ ਉੱਥੇ ਇੱਕ ਕੇਰਲਾ ਦੇ ਵਿੱਚ ਕਾਰਪੋਰੇਸ਼ਨ ਬਣੀ ਹੋਈ ਹੈ। ਤਾਂ ਉਹ ਕਾਰਪੋਰੇਸ਼ਨ ਵੀ ਇੱਦਾਂ ਦਾ ਕਰਦੀ ਹੈ ਕਿ ਉਹ ਪਿੰਡਾਂ ਦੇ ਵਿੱਚ ਜਾਂਦੀ ਹੈ। ਕਾਰਪੋਰੇਸ਼ਨ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪਿੰਡਾਂ 'ਚੋਂ ਫਲ ਖਰੀਦਦੇ ਨੇ, ਸਬਜ਼ੀਆਂ ਪਰਚੇਜ਼ ਕਰਦੇ ਨੇ, ਔਰ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਜਿਹੜੇ ਲਿਆ ਕੇ ਕਾਊਂਟਰ ਬਣੇ ਹੋਏ ਨੇ ਉੱਥੇ ਆ ਕੇ ਉਹਨਾਂ ਨੂੰ ਸੇਲ ਕਰਦੇ ਨੇ। ਇਸ ਕਰਕੇ ਉੱਥੇ ਕਿਸਾਨਾਂ ਨੂੰ ਕਦੇ ਇਸ ਕਿਸਮ ਦੀਆਂ ਬਹੁਤੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਤਰ੍ਹਾਂ ਦਾ ਸਾਡੀਆਂ ਨਾਰਥ ਵਾਲੀਆਂ ਸਟੇਟਾਂ ਨੂੰ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਆਪਾਂ ਕਰਨਾਟਕਾ ਦੇ ਵਿੱਚ ਵੀ ਦੇਖ ਸਕਦੇ ਹਾਂ। ਉੱਥੇ ਕਰਨਾਟਕਾ ਜਿਹੜੀ ਸਟੇਟ ਗੌਰਮੈਂਟ ਹੈ ਉਹਨਾਂ ਨੇ ਆਪਣੀ ਇੱਕ ਹਾਰਟੀਕਲਚਰ ਕਾਰਪੋਰੇਸ਼ਨ ਬਣਾਈ ਹੋਈ ਹੈ। ਉਹ ਵੀ ਇੱਦਾਂ ਹੀ ਕਰਦੀ ਹੈ ਜਿਸ ਤਰ੍ਹਾਂ ਕੇਰਲਾ ਵਾਲਾ ਪੈਟਰਨ ਹੈ ਕਿ ਉਹ ਵੀ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਸਮਾਲ ਫਾਰਮਰ ਹੈ ਉਹਨਾਂ ਦੇ ਕੋਲੋਂ ਸਬਜ਼ੀਆਂ ਜਾਂ ਫਰੂਟ ਹੈ ਉਹ ਲੈ ਕੇ ਆਉਂਦੀ ਹੈ, ਔਰ ਉਹਨਾਂ ਨੇ ਆਪਣੇ ਜਿਹੜੇ ਵੱਡੇ ਸ਼ਹਿਰ ਹੈ ਕਰਨਾਟਕਾ ਦੇ, ਬੰਗਲੌਰ ਹੋਇਆ, ਮੈਸੂਰ ਹੋਇਆ, ਉੱਥੇ ਉਹਨਾਂ ਨੇ ਆਪਣੇ ਆਊਟਲੈਟ ਖੋਲ੍ਹੇ ਹੋਏ ਨੇ, ਤਾਂ ਉੱਥੇ ਆ ਕੇ ਉਹਨਾਂ ਨੂੰ ਸੇਲ ਕਰਦੇ ਹੈਗੇ ਨੇ। ਉਹਦੇ ਨਾਲ ਵੀ ਕਿਸਾਨਾਂ ਨੂੰ ਚੰਗਾ ਫਾਇਦਾ ਹੁੰਦਾ ਹੈ। ਉੱਥੇ ਤਾਂ ਬਲਕਿ ਉਹਨਾਂ ਨੇ ਇਹ ਵੀ ਕੀਤਾ, ਉਹਨਾਂ ਨੇ ਆਪਣਾ ਇੱਕ ਪ੍ਰਾਈਸ ਕਮਿਸ਼ਨ ਵੀ ਬਣਾਇਆ ਹੈ ਕਰਨਾਟਕਾ ਗੌਰਮੈਂਟ ਨੇ ਕਿ ਉਹਨਾਂ ਦੀਆਂ ਅਲੱਗ-ਅਲੱਗ ਫਸਲਾਂ ਦੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਕੀ ਹੈਗੀ ਹੈ ਜਾਂ ਕੀ ਕਾਸਟ ਬਣਦੀ ਉਹਨੂੰ ਸੈਂਟਰ ਅੱਗੇ ਪੁੱਟ ਵੀ ਕੀਤਾ ਜਾਂਦਾ ਹੈ। ਤਾਂ ਕਰਨਾਟਕਾ ਤੋਂ ਇਲਾਵਾ ਵੈਸਟ ਬੰਗਾਲ ਹੈ ਸਾਡੇ ਕੋਲ। ਵੈਸਟ ਬੰਗਾਲ ਦੇ ਵਿੱਚ ਬਹੁਤ ਸਾਰੇ ਲੈਂਡ ਰਿਫਾਰਮ ਟਾਈਮ ਟੂ ਟਾਈਮ ਹੁੰਦੇ ਰਹੇ ਜਿਹੜੇ ਕਿਸਾਨਾਂ ਦੇ ਪੱਖ 'ਚ ਭੁਗਤਦੇ ਰਹੀ ਹੈ ਸਰਕਾਰ ਉੱਥੋਂ ਦੀ। ਅਤੇ ਲੈਂਡ ਰਿਫਾਰਮ ਤੋਂ ਇਲਾਵਾ ਉੱਥੇ ਜਿਹੜੀਆਂ ਦੀ ਸੁਪਰ ਮਾਰਕੀਟ ਬੜੀ ਮਸ਼ਹੂਰ ਹੈਗੀ ਹੈ, ਉਹ ਵੀ ਕਿਸਾਨਾਂ ਦੇ ਪ੍ਰਤੀ ਲਾਹੇਵੰਦ ਹੈ ਕਿ ਸੁਪਰ ਮਾਰਕੀਟ ਕਿਸਾਨਾਂ ਦੇ ਬੈਨੀਫਿਟ ਲਈ ਉੱਥੇ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਜਿਹੜੀਆਂ ਤੁਹਾਡਾ ਅੱਗੇ ਆ ਗਿਆ ਤਾਮਿਲਨਾਡੂ ਦੇ ਵਿੱਚ ਵੀ ਉੱਥੋਂ ਦੀ ਗੌਰਮੈਂਟ ਨੇ ਜਿਹੜੇ ਬਹੁਤ ਸਾਰੇ ਪ੍ਰੋਸੈਸਿੰਗ ਯੂਨਿਟ ਹੈ ਉਹ ਲਗਾਏ ਹੋਏ ਨੇ ਕਿ ਜਿਹਦਾ ਕਿਸਾਨਾਂ ਨੂੰ ਫਾਇਦਾ ਹੋ ਸਕੇ।
ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਕੱਲੀ ਕੇਰਲਾ ਗਵਰਨਮੈਂਟ ਨਹੀਂ, ਹੋਰ ਵੀ ਬਹੁਤ ਸਾਰੀਆਂ ਸਰਕਾਰਾਂ ਨੇ ਸਟੇਟਾਂ ਦੀਆਂ ਜਿਹੜੀਆਂ ਟਾਈਮ ਟੂ ਟਾਈਮ ਕਿਸਾਨਾਂ ਦੇ ਪੱਖ ਦੇ ਵਿੱਚ ਖੜਦੀਆਂ ਨੇ ਔਰ ਉਹਨਾਂ ਲਈ ਚੰਗੀਆਂ ਨੀਤੀਆਂ ਬਣਾਉਂਦੀਆਂ ਨੇ ਤੇ ਉਸ ਨੂੰ ਇੰਪਲੀਮੈਂਟ ਕਰਦੀਆਂ ਨੇ। ਜਿਸ ਤਰ੍ਹਾਂ ਇੱਕ ਆਪਾਂ ਕਹਿ ਦਿੰਦੇ ਕਿ ਜਿਵੇਂ ਗੁਜਰਾਤ ਸਟੇਟ ਹੈ, ਇਹਨੇ ਆਂਧਰਾ ਪ੍ਰਦੇਸ਼ ਹੈ, ਤੇਲੰਗਾਨਾ ਹੈ, ਅਸਾਮ ਹੈ, ਇਹਨਾਂ ਨੇ ਆਪਣੇ ਜਿਹੜੇ ਛੋਟੇ ਫਾਰਮਰ ਹੈਗੇ ਨੇ, ਕਿਸਾਨ ਹੈਗੇ ਨੇ, ਉਹਨਾਂ ਲਈ ਇੱਕ ਸਕੀਮ ਦਿੱਤੀ ਹੈ ਟਰੈਕਟਰਾਂ ਦੀ। ਉਹ ਟਰੈਕਟਰਾਂ 'ਤੇ ਸਬਸਿਡੀ ਦਿੰਦੇ ਨੇ। ਚਾਹੇ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਕਹਿੰਦੇ ਕਿ ਸਾਡੇ ਤਾਂ ਇਹ ਇੰਨੇ ਟਰੈਕਟਰ ਹੋ ਗਏ ਕਿ ਛੋਟੇ ਕਿਸਾਨ ਲਈ ਤਾਂ ਬਾਰਾ ਨਹੀਂ ਖਾਂਦੇ, ਤੇ ਅਸੀਂ ਇਸ ਦੇ ਪੱਖ 'ਚ ਨਹੀਂ ਕਿ ਫਾਲਤੂ ਜਿਹੜੇ ਜ਼ਿਆਦਾ ਛੋਟਾ ਕਿਸਾਨ ਵੀ ਟਰੈਕਟਰ 'ਤੇ ਨਿਰਭਰ, ਉਹਦੇ ਕੋਈ ਹੋਰ ਅਲਟਰਨੇਟਿਵ ਹੋਣਾ ਚਾਹੀਦਾ, ਜਿਵੇਂ ਕੋਆਪਰੇਟਿਵ ਸੁਸਾਇਟੀਆਂ ਵਾਲਾ ਇੱਕ ਕੰਸੈਪਟ ਹੈਗਾ। ਤਾਂ ਉਹ ਸਰਕਾਰਾਂ ਆਪਣੇ 25 ਤੋਂ ਲੈ ਕੇ 35 ਤੱਕ, ਅਗਰ ਕਿਸੇ ਲੇਡੀ ਦੇ ਨਾਂ 'ਤੇ ਕੋਈ ਟਰੈਕਟਰ ਖਰੀਦਿਆ ਜਾਂਦਾ ਉੱਥੇ, ਤਾਂ 35% ਤੱਕ ਉਹਨਾਂ ਦੀ ਸਰਕਾਰਾਂ ਜਿਹੜੀ ਸਬਸਿਡੀ ਦਿੰਦੀਆਂ। ਔਰ ਅਸਾਮ ਦੇ ਵਿੱਚ ਤਾਂ ਬੜੇ ਟਾਈਮ ਤੋਂ ਚੱਲ ਰਹੀ ਹੈ ਸਬਸਿਡੀ ਵਾਲੀ ਸਕੀਮ, ਤੋ ਟਾਈਮ ਟੂ ਇਹ। ਪਰ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਹੈ, ਇਹ ਤਾਂ ਸਟੇਟ ਗਵਰਨਮੈਂਟਾਂ ਦੀ ਗੱਲ ਹੋਊਗੀ ਨਾ ਕਿ ਉਹ ਕੀ ਬੈਨੀਫਿਟ ਦੇ ਰਹੇ ਨੇ। ਸੈਂਟਰ ਗਵਰਨਮੈਂਟ ਜਿੱਥੇ ਹੌਲੀ ਹੌਲੀ ਆਪਣਾ ਹੱਥ ਖਿੱਚ ਰਹੀ ਹੈ ਜ਼ਿੰਮੇਵਾਰੀ ਤੋਂ, ਸਾਡੇ ਜਿਹੜੇ ਰਿਸੋਰਸਸ ਨੇ, ਜਿਵੇਂ GST ਦੀ ਗੱਲ ਕਰਦੇ ਹਾਂ, ਸਾਡੇ ਟੈਕਸ ਹੈ, ਉਹ ਤਾਂ ਸਟੇਟਾਂ 'ਤੇ ਅਸੀਂ ਹੱਥ ਮਲ ਰਹੇ ਹਾਂ ਉਹਨਾਂ ਤੋਂ, ਜਿਵੇਂ ਸਾਡਾ ਵੀ 9500 ਕਰੋੜ ਰੁਪਈਆ ਡਿਊ ਖੜਾ ਉਹਨਾਂ ਵੱਲ। ਤੇ ਜਿਹੜੀ ਜ਼ਿੰਮੇਵਾਰੀਆਂ ਉਹਨਾਂ ਤੋਂ ਜਿਹੜੀ ਹੈਗੀ ਸੈਂਟਰ ਗਵਰਨਮੈਂਟ ਭੱਜ ਰਹੀ ਹੈਗੀ ਹੈ। ਜਿਸ ਤਰ੍ਹਾਂ ਹੁਣ ਖੇਤੀ ਆਰਡੀਨੈਂਸ ਵਾਲੇ ਆ ਗਿਆ ਹੈਗਾ, ਇਹ ਵੀ ਆਪਣੀ ਗਲੋਂ ਲਾਉਣ ਵਾਲੀ ਗੱਲ ਹੈਗੀ ਹੈ ਐਗਰੀਕਲਚਰ ਨੂੰ, ਉਸ ਵਿਸ਼ੇ ਨੂੰ। ਤਾਂ ਇੱਦਾਂ ਦਾ ਕੋਈ ਫੈਸਲਾ ਸਾਡੇ ਸਾਹਮਣੇ ਸੈਂਟਰ ਦਾ ਕੋਈ ਆਇਆ, ਜਿਵੇਂ ਹੁਣ ਐਗਰੀਕਲਚਰ ਦੇ ਲਾ ਆਏ ਨੇ, ਤਾਂ ਸਾਰਾ ਜਿਹਦੇ 'ਚ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਵਿਰੋਧ ਉੱਠਿਆ ਹੋਇਆ ਹੈਗਾ, ਇਹਨੂੰ ਸਟੇਟ ਨੇ ਅਮੈਂਡ ਵੀ ਕੀਤਾ ਹੈਗਾ। ਤਾਂ ਕੁਛ ਇੱਦਾਂ ਦੇ ਇਹਦੇ ਪੈਰਲਰ ਸਾਨੂੰ ਇੱਦਾਂ ਦਾ ਮਿਲਦਾ ਹੈ ਕਿ ਜਿਸ ਟਰੈਕਟਰ ਵਾਲੀ ਗੱਲ ਕੀਤੀ ਜਾਂ ਖੇਤੀ ਮਸ਼ੀਨਰੀ ਵਾਲੀ ਗੱਲ ਕੀਤੀ, ਕਿ ਇਹਨਾਂ ਨੇ ਕਸਟਮਰ ਹਾਇਰਿੰਗ ਸੈਂਟਰ ਜਿਹੜੇ ਪਿੰਡਾਂ 'ਚ ਖੋਲ੍ਹੇ ਨੇ, ਉਹ ਸਾਰੀਆਂ ਸਟੇਟਾਂ ਦੇ ਵਿੱਚ ਹੀ ਖੋਲ੍ਹੇ ਨੇ। ਉਹ ਚੰਗੀ ਗੱਲ ਵੀ ਹੈਗੀ ਹੈ ਕਿ ਜਿਹੜੇ ਛੋਟੇ ਕਿਸਾਨ ਆ ਉਹਨੂੰ ਮਸ਼ੀਨਰੀ ਦਾ ਜਿਹੜਾ ਬੋਝ ਨਾ ਪਵੇ, ਇੱਦਾਂ ਦਾ ਨਾ ਚੱਕਣਾ ਪਵੇ। ਤਾਂ ਮੇਰਾ ਓਵਰਆਲ ਕਹਿਣ ਦਾ ਮਤਲਬ ਹੈ ਕਿ ਜਿੱਥੇ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟਸ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਨੇ ਇੱਦਾਂ ਦੇ ਫੈਸਲੇ ਲੈ ਕੇ, ਉੱਥੇ ਸੈਂਟਰ ਨੂੰ ਵੀ ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ, ਨਾ ਕਿ ਇਹ ਕਿ ਅਸੀਂ ਸਿਰਫ ਸਟੇਟਾਂ ਤੋਂ ਟੈਕਸ ਕਲੈਕਟ ਕਰਨੇ ਨੇ ਜਾਂ ਲੋਕਾਂ 'ਤੇ ਨਵੇਂ ਬੋਝ ਪਾਉਣੇ ਨੇ। ਜਿਸ ਤਰ੍ਹਾਂ ਡੀਜ਼ਲ ਦੇ ਉੱਪਰ ਆਪਾਂ ਆਏ ਦਿਨ ਦੇਖਦੇ ਹਾਂ GST ਹੈ ਜਿਹੜੀ, ਬਾਕੀ ਚੀਜ਼ਾਂ 'ਤੇ ਤਾਂ ਅਸੀਂ ਲਾਗੂ ਕਰ ਦਿੱਤੀ ਹੈਗੀ ਹੈ। ਜਿਵੇਂ ਖੇਤੀ ਮਸ਼ੀਨਰੀ ਹੈ, ਹੁਣ ਇਹ 'ਤੇ ਜਿਹੜੇ ਸਪੇਅਰ ਪਾਰਟਸ ਹੈ ਉਹਨਾਂ 'ਤੇ ਜਿਹੜਾ GST ਹੈ ਉਹ 18 ਤੋਂ ਲੈ ਕੇ 28% ਹੈ, ਜਿਹੜਾ ਬਹੁਤ ਹਾਇਰ ਹੈ। ਹੁਣ ਟਰੈਕਟਰ ਦੀ ਪਰਚੇਜ਼ 'ਤੇ ਪਹਿਲਾਂ ਕਿਸਾਨ ਜਦੋਂ ਟਰੈਕਟਰ ਪਰਚੇਜ਼ ਕਰਦਾ ਸੀ ਤਾਂ 6% ਟੈਕਸ ਦਿੰਦਾ ਸੀ, ਹੁਣ ਫਿਰ 6.5 ਹੋ ਗਿਆ। ਪਰ ਹੁਣ ਅਮਰਤ ਇਹਦੀ ਜਿਹੜੀ ਦਰ ਵਧਾ ਕੇ 12% ਕਰ ਦਿੱਤੀ ਹੈਗੀ ਹੈ। ਤਾਂ ਇਵੇਂ ਜਿਵੇਂ ਡੀਜ਼ਲ 'ਤੇ ਹੈਗਾ, ਤਾਂ ਸੈਂਟਰ ਜਿਹੜਾ ਹੈਗਾ ਕਿਸਾਨਾਂ 'ਤੇ ਬੋਝ ਤਾਂ ਪਾ ਰਿਹਾ ਹੈ, ਪਰ ਜਿਹੜੀ ਜ਼ਿੰਮੇਵਾਰੀ ਚੱਕਣ ਤੋਂ ਉਹ ਤੋਂ ਕਿਨਾਰਾ ਕਰ ਰਿਹਾ ਹੈਗਾ। ਠੀਕ ਹੈ ਸਰ, ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਸਾਰੀਆਂ ਸਟੇਟਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਪੱਖ ਵਿੱਚ ਕੋਈ ਨਾ ਕੋਈ ਫੈਸਲੇ ਲੈ ਰਹੀਆਂ ਨੇ, ਤੇ ਜੇ ਬਾਕੀ ਸਾਰੀਆਂ ਸਟੇਟਾਂ ਅਜਿਹੇ ਫੈਸਲੇ ਲੈ ਸਕਦੀਆਂ ਤੇ ਫਿਰ ਪੰਜਾਬ ਸਰਕਾਰ ਕਿਸਾਨ ਪੱਖੀ ਫੈਸਲੇ ਕਿਉਂ ਨਹੀਂ ਲੈ ਰਹੀ, ਇਸ ਬਾਰੇ ਕੁਝ ਦੱਸੋ। ਉਹਦੇ ਬਾਰੇ ਤਾਂ ਇਹ ਹੈ ਕਿ ਨਾ ਕਿ ਸਾਡੀ ਜਿਵੇਂ ਅਸੀਂ ਐਟੀਟਿਊਡ ਸਾਡੀਆਂ ਗਵਰਨਮੈਂਟਾਂ ਦਾ ਦੇਖ ਰਹੇ ਹਾਂ, ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਬਣੀ ਹੈਗੀ ਹੈ, ਤਾਂ ਜਦੋਂ ਇਹ ਖੇਤੀ ਆਰਡੀਨੈਂਸ ਆਏ, ਫਿਰ ਕਾਨੂੰਨ ਬਣੇ, ਤਾਂ ਇਹਨਾਂ ਨੇ ਆਪਣੀ ਜਿਹੜੀ ਗੇਂਦ ਹੈਗੀ ਆ ਉਹ ਸੈਂਟਰ ਦੇ ਪਾਲੇ ਸਿੱਟ ਦਿੱਤੀ। ਹੁਣ ਜਿਹੜੀ ਸਾਡੀ ਸਟੇਟ ਗਵਰਨਮੈਂਟ ਹੈ ਜਾਂ ਕਾਂਗਰਸ ਪਾਰਟੀ ਦੀ ਗਵਰਨਮੈਂਟ ਹੈ, ਇਸ ਨੂੰ ਲੱਗਦਾ ਹੈ ਕਿ ਅਸੀਂ ਖੇਤੀ ਕਾਨੂੰਨਾਂ 'ਤੇ ਹੀ ਖੇਡ ਜਾਵਾਂਗੇ। ਇਹਨਾਂ ਨੂੰ ਲੱਗਦਾ ਕਿ ਇਸ ਦੀ ਆਸਰੀ ਸਾਡੀ ਸਰਕਾਰ ਬਣ ਜੂ, ਪਰ ਸਾਨੂੰ ਇਹਨਾਂ ਨੂੰ ਇਹ ਜਵਾਬ ਵੀ ਦੇਣਾ ਪਏਗਾ ਕਿ ਜਿਹੜੇ ਲੰਘੇ 3.5 ਸਾਲ ਹੈ ਜਾਂ ਪੌਣੇ 4 ਸਾਲ ਹੈ, ਉਹਨਾਂ ਦੇ ਵਿੱਚ ਕੀ ਕੀਤਾ ਜਾਂ ਕਿਸਾਨਾਂ ਲਈ ਕੀ ਕੀਤਾ। ਜਿਵੇਂ ਹੁਣ ਸੈਂਟਰ ਨੇ ਕਾਨੂੰਨ ਬਣਾਏ ਆਪਣੇ, ਤਾਂ ਇਹਨਾਂ ਨੇ ਜਿਹੜੇ ਐਗਰੀਕਲਚਰ ਅਮੈਂਡਮੈਂਟ ਬਿੱਲ ਲਿਆਂਦੇ, ਤਾਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲਕੂਨੇ ਰਹਿ ਗਏ ਨੇ ਜਿਨ੍ਹਾਂ ਤੋਂ ਕਿਸਾਨ ਸਾਡੇ ਖੁਸ਼ ਨਹੀਂ ਹੈਗੇ। ਜਿਵੇਂ MSP ਦੀ ਗੱਲ ਚੱਲਦੀ ਹੈ ਕਿ ਉਸ ਨੂੰ ਕਾਨੂੰਨੀ ਦਾਇਰੇ ਦੇ ਵਿੱਚ ਨਹੀਂ ਇਹਨਾਂ ਨੇ ਲਿਆ, ਕਿ ਅਗਰ ਸੈਂਟਰ ਨਹੀਂ ਖਰੀਦਦੀ ਤਾਂ ਫਿਰ ਕੀ ਉਹਦਾ ਅਲਟਰਨੇਟਿਵ ਹੋਏਗਾ, ਜਾਂ ਜਿਹੜੀਆਂ ਅਦਰ ਕ੍ਰੌਪ ਨੇ ਝੋਨੇ ਤੇ ਕਣਕ ਤੋਂ ਇਲਾਵਾ ਉਹਨਾਂ ਦਾ ਕੀ ਹੋਏਗਾ। ਤਾਂ ਪੰਜਾਬ ਗਵਰਨਮੈਂਟ ਤਾਂ ਖੇਤੀ ਸਾਡਾ ਐਗਰੀਰੀਅਨ ਸਟੇਟ ਹੈਗਾ, ਚਾਹੀਦਾ ਤਾਂ ਇਹ ਸੀ ਕਿ ਸਭ ਤੋਂ ਪਹਿਲਾਂ ਸਾਡੀ ਸਰਕਾਰਾਂ ਦੀ ਜਿਹੜੀ ਪ੍ਰਾਇਓਰਟੀ ਹੈ ਉਹ ਐਗਰੀਕਲਚਰ ਹੁੰਦੀ, ਪਰ ਸਾਨੂੰ ਕਿਤੇ ਵੀ ਇੱਦਾਂ ਦਾ ਕੋਈ ਸਟੇਟ ਗਵਰਨਮੈਂਟ ਦਾ ਜੈਸਚਰ ਨਹੀਂ ਮਿਲਿਆ ਜਿਹਤੋਂ ਲੱਗਦਾ ਹੋਵੇ ਕਿ ਕਿਸਾਨਾਂ ਦੇ ਪੱਖੀ ਹੈ। ਸਿਰਫ ਸਾਡੀ ਸਟੇਟ ਗਵਰਨਮੈਂਟ ਕੀ ਕਰਦੀ ਹੈ, ਪੱਲਾ ਝਾੜ ਲੈਂਦੀ ਹੈ ਕਿ ਅਸੀਂ ਤੁਹਾਨੂੰ ਫ੍ਰੀ ਬਿਜਲੀ ਪਾਣੀ ਦੇ ਦਿੱਤਾ। ਸਾਰੀ ਗੱਲ ਬਿਜਲੀ ਪਾਣੀ ਤੇ ਨਹੀਂ ਖੜੀ ਹੈਗੀ ਹੈ, ਉਹਨਾਂ ਲਈ ਤੁਸੀਂ ਪਾਲਿਸੀ ਕੀ ਬਣਾਈ। ਹੈਰਾਨੀ ਦੀ ਗੱਲ ਇਹ ਹੈ ਕਿ 92 ਤੋਂ ਸਾਡੀ ਕਾਟਨ ਬੈਲਟ ਦੇ ਵਿੱਚ ਬੜੀ ਡਾਊਨਫਾਲ ਆਉਣਾ ਸ਼ੁਰੂ ਹੋਇਆ, ਤੇ 10 ਸਾਲ ਕਿਸਾਨ ਸਾਡੇ ਮਰਦੇ ਰਹੇ। ਉਸ ਤੋਂ ਬਾਅਦ 5 ਸਾਲ ਥੋੜਾ ਠੀਕ ਲੰਘਿਆ ਕਾਟਨ ਦਾ, ਜਦੋਂ BT ਕਾਟਨ ਆਈ, ਉਸ ਤੋਂ ਬਾਅਦ ਅੱਜ ਤੱਕ ਕਿਸਾਨ ਹੈ ਜਿਹੜੇ ਰੈਗੂਲਰ ਸੁਸਾਈਡ ਕਰ ਰਹੇ ਹੈ, ਚਾਹੇ ਗਵਰਨਮੈਂਟ ਪਿਛਲੀ ਗਵਰਨਮੈਂਟ ਸੀ ਚਾਹੇ ਹੁਣ ਵਾਲੀ ਗਵਰਨਮੈਂਟ ਹੈ। ਪਰ ਸਾਡੀ ਸਟੇਟ ਗਵਰਨਮੈਂਟ ਅੱਜ ਤੱਕ ਐਗਰੀਕਲਚਰ ਪਾਲਿਸੀ ਨਹੀਂ ਬਣਾਈ। ਜਦੋਂ ਪਿਛਲੀ ਕੈਪਟਨ ਸਰਕਾਰ ਸੀ ਤਾਂ ਇਹਨਾਂ ਨੇ 2005 'ਚ ਜਾ ਕੇ ਅਮਰਤ ਇਹਨਾਂ ਨੇ ਬਣਾਇਆ, ਫਾਰਮਰ ਕਮਿਸ਼ਨ ਬਣਾਇਆ। ਤਾਂ ਉਸ ਤੋਂ ਬਾਅਦ ਕੁਝ ਟਾਈਮ ਤਾਂ ਫਿਰ ਸਰਕਾਰ ਚੇਂਜ ਹੋ ਗਈ,
ਤਾਂ ਨਵੀਂ ਸਰਕਾਰ ਨੇ ਆ ਕੇ ਕੁਛ ਨਾ ਕੀਤਾ। ਤਾਂ ਉਹਨਾਂ ਨੇ ਐਂਡ 'ਚ ਕਿਹਾ ਕਿ ਚਲੋ ਜੀ ਫਿਰ ਇੱਦਾਂ ਕਰੋ, ਕਮਿਸ਼ਨ ਨੂੰ ਕਿਹਾ ਕਿ ਜੀ ਤੁਸੀਂ ਹੁਣ ਐਗਰੀਕਲਚਰ ਪਾਲਿਸੀ ਬਣਾਓ। ਤਾਂ ਉਹਨਾਂ ਦੇ ਅਧਿਕਾਰੀਆਂ ਨੇ ਬੜਾ ਜ਼ੋਰ ਸ਼ੋਰ ਨਾਲ ਬੜੀ ਮਿਹਨਤ ਕਰਕੇ ਉਹਦਾ ਐਗਰੀਕਲਚਰ ਪਾਲਿਸੀ ਦਾ ਡਰਾਫਟ ਕੀਤਾ। ਤੇ ਜਦੋਂ ਸਬਮਿਟ ਕੀਤੀ ਤਾਂ 6-7 ਮਹੀਨੇ ਤਾਂ ਉਸ ਨੂੰ ਪੁੱਛੇ ਨਹੀਂ ਕਰਦੇ ਜੀ, ਟੋਕਰੀ ਸੁੱਟੀ ਰੱਖਿਆ। ਜਦੋਂ 6 ਮਹੀਨੇ ਫਿਰ ਇਹ ਉਹਦੇ ਵਿੱਚ ਇੱਕ ਕਲਾਸ ਸੀ, ਇੱਕ ਨਵਾਂ ਫੈਸਲਾ ਲਿਆ ਜਾਣਾ ਸੀ ਕਿ ਜਿਹੜੇ ਸਾਡੇ ਫਾਰਮਰ ਨੇ ਉਹਨਾਂ ਨੂੰ ਸਟੇਟ ਗਵਰਨਮੈਂਟ ਨੇ ਪੈਨਸ਼ਨ ਦੇਣੀ ਸੀ। ਤਾਂ 6 ਮਹੀਨੇ ਸਰਕਾਰ ਇਹ ਡਿਸਕਸ ਕਰਦੀ ਰਹੀ ਵੀ ਜਿਹੜੇ ਪੈਨਸ਼ਨ ਸਕੀਮ ਦੇਣੀ ਹੈ ਕਿਸਾਨਾਂ ਨੂੰ, ਇਹ ਕਿਹਦੇ ਨਾਂ ਤੇ ਹੋਵੇ, ਕਿ ਉਹਨੂੰ ਮੁੱਖ ਮੰਤਰੀ ਕਿਸਾਨ ਪੈਨਸ਼ਨ ਸਕੀਮ ਕਿਹਾ ਜਾਵੇ ਜਾਂ ਕੋਈ ਹੋਰ ਨਾਂ ਦਿੱਤਾ ਜਾਵੇ, ਕਿ ਇਹਦਾ ਵੱਧ ਤੋਂ ਵੱਧ ਸਰਕਾਰ ਨੂੰ ਪੋਲੀਟੀਕਲ ਲਾਹਾ ਮਿਲੇ। ਇਹ ਵਿਚਾਰ ਵਟਾਂਦਰਾ ਹਜੇ ਚੱਲ ਰਿਹਾ ਸੀ, ਇਹਨੇ ਚੋਣਾਂ ਅਨਾਉਂਸ ਹੋ ਗਈਆਂ, ਉਹ ਗੱਲ ਫੇਰ ਮਿੱਟੀ ਘੱਟੇ ਪੈ ਗਈ। ਫਿਰ ਉਸ ਤੋਂ ਬਾਅਦ ਜਦੋਂ ਮੁੜ ਸਰਕਾਰ ਬਣੀ ਤਾਂ ਉਹਨਾਂ ਨੇ ਕਿਹਾ ਜੀ ਕਿ ਆਪਾਂ ਜਿਹੜਾ ਡਾਈਵਰਸੀਫਿਕੇਸ਼ਨ ਦੇ ਵਾਲੇ ਪਾਸੇ ਆਪਾਂ ਹੁਣ ਮੂਵ ਕਰਦੇ ਹੈਗੇ ਆ। ਤੇ 2-3 ਸਾਲ ਉਹ ਬੋਲ ਚੱਲਦੀ ਰਹੀ, ਡਰਾਫਟ ਹੁੰਦਾ ਰਿਹਾ, ਜ਼ੋਰ ਲੱਗਦਾ ਰਿਹਾ, ਉਹ ਵੀ ਕਿਸੇ ਸਿਰੇ ਨਾਲ ਲੱਗੀ। ਉਸ ਤੋਂ ਬਾਅਦ ਜਦੋਂ ਕੈਪਟਨ ਸਰਕਾਰ ਪੰਜਾਬ ਦੇ ਵਿੱਚ ਆਈ ਤਾਂ ਇਹਨੇ ਕੀ ਕੀਤਾ ਕਿ ਅਨੁਸਾਰ ਕੀ ਕੀਤਾ, ਇਹਨਾਂ ਨੇ ਜਿਹੜਾ ਪੁਰਾਣਾ ਐਗਰੀਕਲਚਰ ਪਾਲਿਸੀ ਸੀ ਉਹਨੂੰ ਤਾਂ ਖਤਮ ਕਰਤਾ, ਉਹਨੂੰ ਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਨੇ ਕਿਹਾ ਕਿ ਅਸੀਂ ਹੁਣ ਆਪਣੀ ਨਾ ਐਗਰੀਕਲਚਰ ਪਾਲਿਸੀ ਨਹੀਂ, ਇੱਕ ਫਾਰਮਰ ਪਾਲਿਸੀ ਲੈ ਕੇ ਆਵਾਂਗੇ। ਤਾਂ ਅਧਿਕਾਰੀਆਂ ਨੂੰ ਫੇਰ ਹੁਕਮ ਹੋ ਗਏ, ਫਾਰਮਰ ਜਿਹੜਾ ਕਮਿਸ਼ਨ ਬਣਾਇਆ ਸੀ, ਕਿ ਤੁਸੀਂ ਇਹਦੀ ਜੀ ਨਵੇਂ ਸਿਰੋਂ ਪਾਲਿਸੀ ਤਿਆਰ ਕਰੋ। ਤਾਂ ਹੁਣ 6 ਮਹੀਨੇ ਹੋ ਗਏ ਉਹ ਡਰਾਫਟ ਜਿਹੜਾ ਹੈ ਸਬਮਿਟ ਕੀਤੇ ਨੂੰ ਸਰਕਾਰ ਨੂੰ, ਤੇ ਉਹ ਅਜੇ ਤੱਕ ਸਰਕਾਰ ਨੇ ਉਸ ਨੂੰ ਗੌਰ ਨਹੀਂ ਕੀਤਾ। ਤੇ ਹੁਣ 6 ਮਹੀਨਿਆਂ ਬਾਅਦ ਇਲੈਕਸ਼ਨ ਅਨਾਉਂਸ ਹੋ ਜਾਣੀ ਹੈ। ਫਿਰ ਇਹ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੀਆਂ ਗਵਰਨਮੈਂਟਾਂ ਕਿੰਨੀਆਂ ਕੁ ਸਿੰਸੀਅਰ ਨੇ। ਹੁਣ ਉਹਦੇ ਵਿੱਚ ਜਿਹੜਾ ਮੈਨੂੰ ਕੁਝ ਪਤਾ ਲੱਗਿਆ ਉਹ ਇਹ ਲੱਗਿਆ ਕਿ ਜਿਹੜੇ ਨਵਾਂ ਫਾਰਮਰ ਪਾਲਿਸੀ ਬਣ ਰਹੀ ਹੈ ਉਹਦੇ ਵਿੱਚ ਇੱਕ ਗੱਲ ਤੈਅ ਕੀਤੀ ਗਈ ਹੈਗੀ ਹੈ ਕਿ ਜਿਹੜੇ ਸਾਡੇ ਬਿਜਲੀ ਅਸੀਂ ਫ੍ਰੀ ਦੇ ਰਹੇ ਹਾਂ ਕਿਸਾਨਾਂ ਨੂੰ ਐਗਰੀਕਲਚਰ ਸੈਕਟਰ ਦੇ ਵਿੱਚ, ਤਾਂ ਉਹਦੇ ਵਿੱਚ ਜਿਹੜੇ ਵੱਡੇ ਕਿਸਾਨ ਨੇ 10 ਏਕੜ ਤੋਂ ਜ਼ਿਆਦਾ ਵਾਲੇ, ਕਿ ਉਹਨਾਂ ਨੂੰ ਅਸੀਂ ਇਹ ਬੰਦ ਕਰ ਦਿਓ। ਇੱਕ ਉਹਨਾਂ ਦੀ ਇਹ ਰਿਕਮੈਂਡੇਸ਼ਨ ਹੈਗੀ ਹੈ ਕਿ ਜਿਹੜੇ ਇਨਕਮ ਟੈਕਸ ਪੇਈ ਨੇ ਉਹਨਾਂ ਨੂੰ ਕੋਈ ਸਬਸਿਡੀ ਨਾ ਦਿਓ, ਤਾਂ ਕਿ ਜਿਹੜਾ 6000 ਕਰੋੜ ਅਸੀਂ ਸਾਲਾਨਾ ਬਿਜਲੀ ਸਬਸਿਡੀ 'ਚ ਗਵਰਨਮੈਂਟ ਦੇ ਰਹੀ ਹੈ ਉਹ ਘਟ ਕੇ ਥੋੜ੍ਹਾ ਜਿਹਾ ਘਟੇ, ਤੇ ਉਹੀ ਪੈਸਾ ਜਿਹੜਾ ਹੈਗਾ ਸਾਡੀ ਰੂਰਲ ਐਜੂਕੇਸ਼ਨ ਤੇ ਲੱਗ ਜੇ, ਜਾਂ ਸਾਡੀ ਰੂਰਲ ਇਕਨੋਮੀ ਤੇ ਜਾਂ ਐਗਰੀਕਲਚਰ ਵਾਲੀ ਸਾਈਡ ਤੇ ਲੱਗ ਜੇ, ਤੇ ਤਾਂ ਕਿ ਸਾਰੇ ਫਾਰਮਰਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲ ਸਕੇ। ਇੱਕ ਜਿਹੜਾ ਭੇਦਭਾਵ ਹੈ ਉਹ ਵੀ ਖਤਮ। ਹੁਣ ਕੀ ਹੁੰਦਾ ਹੈ ਕਿ ਜਿਨ੍ਹਾਂ ਕੋਲ ਤਾਂ ਟਿਊਬਵੈਲ ਹੈ, ਜਿਨ੍ਹਾਂ ਕੋਲ ਤਾਂ ਖੇਤ ਮੋਟਰ ਲੱਗੀ ਹੈ, ਉਹ ਤਾਂ ਸਬਸਿਡੀ ਲੈ ਰਿਹਾ, ਪਰ ਦੂਸਰੀ ਸਾਈਡ ਜਿਹੜਾ ਸਾਡਾ ਜਿਹਦੇ ਕੋਲ ਡੀਜ਼ਲ ਇੰਜਨ ਤੇ ਆਪਣੀ ਫਸਲ ਪਾਲਦਾ ਹੈ, ਉਹ ਉਹਦੇ ਨਾਲ ਵਿਤਕਰਾ ਹੋ ਰਿਹਾ, ਉਹਨੂੰ ਕੁਝ ਨਹੀਂ ਮਿਲਦਾ ਸਟੇਟ ਗਵਰਨਮੈਂਟ ਨੂੰ। ਤਾਂ ਇਹ ਇੱਕ ਵੱਡਾ ਅੜਿੱਕਾ ਹੈ। ਹੁਣ ਸਟੇਟ ਗਵਰਨਮੈਂਟ ਨੂੰ ਇਹ ਲੱਗਦਾ ਕਿ ਜੇ ਇਹ ਪਾਲਿਸੀ ਨੂੰ ਅਸੀਂ ਲਾਗੂ ਕਰਦੇ ਹਾਂ ਤਾਂ ਕਿਤੇ ਹੋਰ ਬਖੇੜਾ ਨਾ ਤਾਂ ਜਿਹੜੇ ਵੱਡੇ ਫਾਰਮਰ ਹੈ ਉਹ ਨਾ ਰੌਲਾ ਪਾਉਣ। ਤਾਂ ਇੱਕ ਅੜਿੱਕਾ ਉਹਨਾਂ ਦੇ ਵਿੱਚ ਇਹ ਬਣ ਗਿਆ। ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਹੈ ਜਿਹੜੀ ਉਹ ਫਾਰਮਰ ਪਾਲਿਸੀ ਬਣਾ ਸਕੇਗੀ। ਤਾਂ ਦੇਖ ਤੁਹਾਡੇ ਸਾਹਮਣੇ ਕਿ ਪਿਛਲੇ 2015 ਸਾਲਾਂ ਦੇ ਵਿੱਚ ਅਸੀਂ ਜਿਹੜੀਆਂ ਇੱਕ ਐਗਰੀਕਲਚਰ ਪਾਲਿਸੀ ਕਹਿ ਲਓ ਜਾਂ ਫਾਰਮਰ ਪਾਲਿਸੀ ਹੈ ਸਟੇਟ ਗਵਰਨਮੈਂਟ ਉਹ ਨਹੀਂ ਬਣਾ ਸਕੀ। ਇਸ ਤੋਂ ਅਸੀਂ ਕੀ ਆਸ ਕਰ ਸਕਦੇ? ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਕਿ ਜੇ ਕੇਰਲਾ ਨਹੀਂ ਕਰ ਲਿਆ ਤਾਂ ਸਟੇਟ ਗਵਰਨਮੈਂਟ ਕਰ ਸਕਦੀ ਹੈਗੀ ਹੈ। ਕਰਨ ਨੂੰ ਤਾਂ ਕੁਝ ਵੀ ਕੀਤਾ ਜਾ ਸਕਦਾ ਹੈਗਾ। ਹੁਣ ਡਾਈਵਰਸੀਫਿਕੇਸ਼ਨ ਹੈ, ਹੁਣ ਅਸੀਂ ਉਹ ਨਹੀਂ ਕਰ ਸਕੇ। ਹੁਣ ਤਾਂ ਚਲੋ ਇਹ ਆ ਗਏ ਐਗਰੀਕਲਚਰ ਲਾਅ ਆ ਗਏ ਨਵੇਂ, ਤੇ ਜਦੋਂ ਅਸੀਂ ਇਹਦੇ ਵਿੱਚ ਬਲਕਿ ਚਾਹੀਦਾ ਤਾਂ ਇਹ ਸੀ ਕਿ ਇਸ ਕਿਸਮ ਦੀਆਂ ਕਲੌਜ਼ ਸਟੇਟ ਗਵਰਨਮੈਂਟ ਜਦੋਂ ਵਿਧਾਨ ਸਭਾ 'ਚ ਪਾਸ ਕੀਤਾ ਅਮੈਂਡਮੈਂਟ ਬਿੱਲ ਇਹਨਾਂ ਨੇ, ਤਾਂ ਉਹਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ ਕਿ ਸਿਰਫ ਜਿਹੜਾ ਕਣਕ ਔਰ ਪੈਡੀ ਝੋਨਾ ਉਹਨਾਂ ਨੂੰ ਸ਼ਾਮਲ ਕੀਤਾ, ਮੱਕੀ ਨੂੰ ਨਹੀਂ ਕੀਤਾ, ਕਪਾਹ ਨੂੰ ਨਹੀਂ ਕੀਤਾ। ਡਾਈਵਰਸੀਫਿਕੇਸ਼ਨ ਤਾਂ ਹੀ ਹੋਊਗਾ ਨਾ। ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਬੜੇ ਥੋਕ 'ਚ ਕਨੈਕਸ਼ਨ ਬਣਦੀਆਂ ਲੋਕਾਂ ਨੂੰ, ਪਹਿਲਾਂ ਕਨੈਕਸ਼ਨ ਬਣਦੇ ਫਿਰ ਕਹਿੰਦੇ ਤੁਸੀਂ ਝੋਨਾ ਨਾ ਲਾਓ, ਇਸ ਚੱਕਰ 'ਚੋਂ ਨਿਕਲੋ। ਕਿਸਾਨਾਂ ਲਈ ਇੱਕ ਮਾਹੌਲ ਬਣਾਉਣਾ ਪਏਗਾ। ਅਗਰ ਹੁਣ ਵੀ ਸਰਕਾਰ ਚਾਹੇ ਤਾਂ ਜਿਹੜੇ ਨਵੀਂ ਅਮੈਂਡਮੈਂਟ ਕੀਤੀ ਹੈ ਉਹਦੇ ਵਿੱਚ ਕੁਝ ਗੱਲਾਂ ਹੋਰ ਵੀ ਐਡ ਕੀਤੀਆਂ ਜਾ ਸਕਦੀਆਂ ਨੇ। ਜਿਸ ਤਰ੍ਹਾਂ ਤੁਹਾਡਾ ਲੀਜ਼ ਵਾਲਾ ਲੈਂਡ ਲੀਜ਼ ਵਾਲਾ ਐਕਟ ਹੈ, ਉਸ ਨੂੰ ਸਖਤ ਕੀਤਾ ਜਾ ਸਕਦਾ ਕਿ ਜਿਹੜੀਆਂ ਕੰਪਨੀਆਂ ਆਉਣਗੀਆਂ ਕੰਟਰੈਕਟ ਫਾਰਮਿੰਗ ਕਰਨਗੀਆਂ ਉਹਨਾਂ ਲਈ ਰਾਹ ਜਿਹੜਾ ਥੋੜ੍ਹਾ ਸੌਖਾ ਨਾ ਹੋਵੇ, ਤੇ ਜਾਂ ਉਹਨਾਂ ਦੀ ਕੋਈ ਵੱਡੀ ਬੈਂਕ ਗਰੰਟੀ ਰੱਖੀ ਜਾ ਸਕਦੀ ਹੈ। ਤਾਂ ਉਹਦੇ ਵਿੱਚ ਇਹ ਐਡ ਕੀਤਾ ਜਾ ਸਕਦਾ ਸੀ, ਉਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਪਿਆ। ਜਿਹੜੀ ਆਪਾਂ ਖੇਤੀ ਡਾਈਵਰਸੀਫਿਕੇਸ਼ਨ ਵਾਲੀ ਗੱਲ ਕਰਦੇ ਸੀਗੇ ਤਾਂ ਕੇਰਲਾ 'ਚ ਚੱਲ ਕਰ ਲਈ ਉਹਨਾਂ ਨੇ, ਪ੍ਰਮੋਟ ਕਰਤਾ ਨਵੇਂ ਇਹ ਜਿਹੜੇ ਲਿਆਂਦਾ ਹੈਗਾ ਉਹਨਾਂ ਨੇ MSP। ਸਾਡੇ ਵੀ ਲੋੜ ਹੈਗੀ ਹੈ ਕਿਉਂਕਿ ਸਾਡੇ ਵੀ ਸਬਜ਼ੀ ਹੈ ਜਿਹੜੀ ਫਲ ਹੈ ਰੁਲਦਾ ਰਹਿੰਦਾ ਹੈਗਾ। ਇੱਕ ਵਾਰੀ ਸਰਕਾਰ ਨੇ ਅਮਰ ਤੋਂ ਪੁਰਾਣੀ ਗੱਲ ਹੈਗੀ ਹੈ ਕਿ ਇਹਨਾਂ ਨੇ ਐਕਸਪੋਰਟ ਜ਼ੋਨ ਬਣਾਏ ਸੀ ਕਿ ਅਸੀਂ ਜਿਹੜਾ ਫਲ ਹੈ ਔਰ ਸਬਜ਼ੀ ਹੈ ਉਹ ਐਕਸਪੋਰਟ ਕਰਾਂਗੇ। ਮਿਸਾਲ ਦੇ ਤੌਰ 'ਤੇ ਜਿਸ ਤਰ੍ਹਾਂ ਰਾਮਪੁਰਾ ਸਾਈਡ ਸੀ ਜਾਂ ਦੁਆਬੇ ਵਾਲੀਆਂ ਕੁਛ ਪੌਕਟਾਂ ਸੀ, ਉੱਥੇ ਆਲੂਆਂ ਵਾਸਤੇ ਸਪੈਸ਼ਲ ਐਕਸਪੋਰਟ ਜ਼ੋਨ ਬਣਾਇਆ ਸੀ, ਪਰ ਉਹ ਸਿਰਫ ਕਾਗਜ਼ਾਂ 'ਚ ਰਹਿ ਗਿਆ, ਕਦੇ ਹੋਇਆ। ਇਹੀ ਵਜ੍ਹਾ ਹੈ ਕਿ ਹੁਣ ਪਿੱਛੇ ਤੁਸੀਂ ਆਪਣਾ ਨਿੱਤ ਖਬਰਾਂ ਨਾਲ ਵਾਹ ਪੈਂਦਾ ਕਿ ਉਹ ਮਾਨਸਾ ਸਾਈਡ ਸ਼ਿਮਲਾ ਮਿਰਚ ਹੈ ਜਿਹੜੀ ਉਹ ਲੋਕਾਂ ਨੇ ਉੱਥੇ ਸੜਕ ਤੇ ਸਿੱਟੀ, ਤੇ ਰਾਮਪੁਰਾ ਸਾਈਡ ਤਾਂ ਬਹੁਤ ਵਾਰੀ ਹੋਇਆ ਕਿ ਆਲੂ ਸੜਕਾਂ ਤੇ ਰੁਲਦੇ ਰਹਿੰਦੇ ਨੇ।
ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਇਸ ਕਿਸਮ ਦੀ ਪਾਲਿਸੀ ਲੈ ਕੇ ਆਵੇ ਜਿਹੜੀ ਕਿਸਾਨ ਪੱਖੀ ਹੋਵੇ, ਜਿਹੜੀ ਪ੍ਰੋ ਫਾਰਮਰ ਹੋਵੇ, ਤਾਂ ਕਿ ਨਾ ਤਾਂ ਕਦੇ ਸ਼ਿਮਲਾ ਮਿਰਚ ਨੂੰ ਸਿੱਟਣਾ ਪਵੇ, ਨਾ ਕਿਸੇ ਆਲੂ ਦੀ ਫਸਲ ਨੂੰ ਜਿਹੜਾ ਸੜਕਾਂ ਤੇ ਸਿੱਟਣਾ ਪਵੇ। ਤਾਂ ਇਸ ਕਿਸਮ ਦੀ ਪਾਲਿਸੀਆਂ ਦੀ ਲੋੜ ਹੈ। ਸਰਕਾਰਾਂ ਦੀ ਨੀਅਤ ਹੋਵੇ ਤਾਂ ਸਾਰਾ ਕੁਝ ਪੋਸੀਬਲ ਵੀ ਹੋ ਜਾਂਦਾ ਹੈ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਦੱਸਿਆ ਕਿ ਸਰਕਾਰਾਂ ਅਕਸਰ ਜਿਹੜੀਆਂ ਕਿਸਾਨ ਪੱਖੀ ਫੈਸਲੇ ਲੈਣ ਦੀ ਕੋਸ਼ਿਸ਼ ਤੇ ਕਰਦੀਆਂ, ਪਰ ਉਹ ਕਦੇ ਸਿਰੇ ਨਹੀਂ ਚੜ੍ਹਦੇ। ਨਾ ਕਿਸਾਨ ਪੱਖੀ ਨੀਤੀਆਂ ਬਣਦੀਆਂ ਨੇ, ਪਰ ਕਾਰਪੋਰੇਟਾਂ ਲਈ ਕੋਈ ਨੀਤੀ ਬਣਾਉਣੀ ਹੋਏ ਤਾਂ ਉਹ ਝੱਟ ਹੀ ਸਿਰੇ ਚੜ੍ਹ ਜਾਂਦੀ ਹੈ, ਤੇ ਕਾਰਪੋਰੇਟਾਂ ਲਈ ਹਮੇਸ਼ਾ ਜਿਹੜਾ ਹੈ ਰੈੱਡ ਕਾਰਪੇਟ ਵਿਛਾਇਆ ਜਾਂਦਾ ਹੈ। ਤੇ ਕਿਸਾਨਾਂ ਨਾਲ ਸੂਬੇ 'ਚ ਵਿਤਕਰੇਬਾਜ਼ੀ ਕਿਉਂ ਹੁੰਦੀ ਪਈ ਹੈ ਤੇ ਇਹਦਾ ਕੀ ਹੱਲ ਹੈ, ਇਸ ਬਾਰੇ ਦੱਸੋ। ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਰਪੋਰੇਟਾਂ ਲਈ ਰੈੱਡ ਕਾਰਪੇਟ ਵਿਛਾਇਆ ਜਾਂਦਾ ਹੈਗਾ, ਤਾਂ ਇਹ ਬਿਲਕੁਲ ਠੀਕ ਹੈ। ਇਹੀ ਰੌਲਾ ਹੁਣ ਸਾਡੇ ਜਿਹੜੇ ਕਿਸਾਨ ਯੂਨੀਅਨਾਂ ਨੇ ਉਹ ਵੀ ਤਾਂ ਇਹੀ ਪਾ ਰਹੀਆਂ ਕਿ ਵਿਤਕਰਾ ਕਿਉਂ ਹੋ ਰਿਹਾ ਹੈ। ਜੀ। ਤਾਂ ਇੱਕ ਬੜੀ ਗੱਲ ਸਾਫ਼ ਹੈ ਕਿ ਜਦੋਂ ਵੀ ਕੋਈ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ ਕਰਦੀ ਹੈ ਤਾਂ ਸਾਰੀ ਸਟੇਟ ਤੇ ਸਾਰੇ ਮੁਲਕ 'ਚ ਰੌਲਾ ਪੈ ਜਾਂਦਾ ਕਿ ਜੀ ਕਿਸਾਨਾਂ ਦੇ ਜਿਹੜੇ ਕਰਜ਼ੇ ਹੈ ਉਹ ਮਾਫ਼ ਕਰ ਦਿੱਤੇ। ਪਰ ਜਦੋਂ ਕਾਰਪੋਰੇਟਾਂ ਨੂੰ ਕੋਈ ਫਾਇਦਾ ਦਿੱਤਾ ਜਾਂਦਾ ਹੈ ਉਹ ਚੁੱਪ ਚਪੀਤੇ ਦੇ ਦਿੱਤਾ ਜਾਂਦਾ ਹੈ, ਔਰ ਉਹਦੀ ਕਿਤੇ ਭਾਵ ਨਹੀਂ ਨਿਕਲਦੀ। ਜਿਸ ਤਰ੍ਹਾਂ ਹੁਣ ਪਿਛੇ ਬੜੇ ਲੰਬੇ ਟਾਈਮ ਤੋਂ ਇਹ ਗੱਲ ਚੱਲਦੀ ਆ ਰਹੀ ਹੈ ਕਿ ਜਿਹੜੀ ਇੰਡਸਟਰੀ ਤੇ ਛੋਟਾਂ ਦਿੱਤੀਆਂ ਜਾਂਦੀਆਂ ਜਾਂ ਸਪੈਸ਼ਲ ਪੈਕੇਜ ਦਿੱਤੇ ਜਾਂਦੇ ਨੇ, ਉਹ ਪਹਾੜੀ ਏਰੀਆ 'ਚ ਦਿੱਤੇ। ਜਿਵੇਂ ਸਾਡੇ ਗੁਆਂਢ 'ਚ ਹਿਮਾਚਲ ਪ੍ਰਦੇਸ਼ ਹੈ, ਇੱਥੇ ਇੰਡਸਟਰੀ ਨੂੰ ਪ੍ਰਮੋਟ ਕਰਨ ਲਈ ਬਹੁਤ ਸਾਰੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਨੇ। ਤਾਂ ਸਾਡੇ ਵਿੱਤ ਮੰਤਰੀ ਵੀ ਕਹਿੰਦੇ ਕਿ ਸਾਡੀਆਂ ਜਿਹੜੀਆਂ ਸਟੇਟ ਵਾਲੀ ਇੰਡਸਟਰੀ ਹੈ ਤਾਂ ਉਹਦੇ ਸ਼ਿਫਟ ਹੋਣ ਦੇ ਚਾਂਸ ਉਧਰ ਬਣ ਜਾਂਦੇ ਨੇ, ਪਲੱਸ ਜਿਹੜੀ ਨਵੀਂ ਇਨਵੈਸਟਮੈਂਟ ਆਉਣੀ ਹੁੰਦੀ ਉਹ ਰੁਕ ਜਾਂਦੀ ਹੈਗੀ ਹੈ। ਤਾਂ ਸਾਡੇ ਜਿਹੜੇ ਸੋਮ ਪ੍ਰਕਾਸ਼ ਜੀ ਭਾਜਪਾ ਦੇ ਵਜ਼ੀਰ ਨੇ, ਉਹਨਾਂ ਕੋਲ ਮਹਿਕਮਾ ਵੀ ਜਿਹੜਾ ਉਦਯੋਗ ਮੰਤਰੀ ਨੇ ਉਹ ਕਮਰਸ ਐਂਡ ਸਨਅਤ ਵਾਲਾ ਹੈਗਾ, ਇੰਡਸਟਰੀ ਵਾਲਾ ਹੈਗਾ। ਜੇ ਚਾਹਣ ਤਾਂ ਉਹ ਪੰਜਾਬ ਲਈ ਵੀ ਕੁਝ ਕਰ ਸਕਦੇ ਨੇ। ਜੇ ਅਗਰ ਐਗਰੀਕਲਚਰ ਲਾ ਤੇ ਰੌਲਾ ਪੈ ਰਿਹਾ ਹੈ ਤਾਂ ਉਹ ਆਪਣੀ ਕੋਈ ਇੰਡਸਟਰੀ ਦਾ ਕੋਈ ਇੱਥੇ ਐਲਾਨ ਕਰ ਦੇਣ। ਹੁਣ ਬਠਿੰਡਾ ਦੇ ਵਿੱਚ ਇੱਕ ਬਲਕ ਡਰੱਗ ਪਾਰਕ ਬਣਨਾ ਹੈਗਾ। ਹੁਣ ਉਹਦੇ ਲਈ ਇੰਨੀਆਂ ਰਿਆਇਤਾਂ ਦੇ ਦਿੱਤੀਆਂ ਹੈਗੀਆਂ। ਸੈਂਟਰ ਦੀ ਉਹ ਨਵੀਂ ਸਕੀਮ ਹੈਗੀ ਹੈ ਕਿ ਜਿਹੜੀ ਸਟੇਟ ਵੱਧ ਤੋਂ ਵੱਧ ਰਿਆਇਤਾਂ ਦੇਗੀ ਉਹਨੂੰ ਅਸੀਂ ਦੇ ਦੇਵਾਂਗੇ। ਉਹ ਸਾਰੇ ਇੰਡੀਆ ਦੇ ਵਿੱਚ 3 ਡਰੱਗ ਪਾਰਕ ਬਣਨੇ ਨੇ। ਤਾਂ ਬਠਿੰਡੇ ਵਾਲਿਆਂ ਨੇ ਕੀ ਕਿਹਾ ਕਿ ਸਟੇਟ ਗਵਰਨਮੈਂਟ ਨੇ ਕਿ ਇਹ ਡਰੱਗ ਪਾਰਕ ਸਾਨੂੰ ਮਿਲੇ। ਉਸ ਦੇ ਲਾਲਚ ਦੇ ਵਿੱਚ ਕਿ ਕਾਰਪੋਰੇਟ ਆਉਣਗੇ ਤੇ ਫਿਰ ਸਾਨੂੰ ਵੀ ਕੁਛ ਨਾ ਕੁਛ ਮਿਲੇਗਾ ਉਹਦੇ ਵਿੱਚੋਂ। ਤਾਂ ਜਿਹੜੀ ਉਹ ਲੀਜ਼ ਤੇ ਲੈਂਡ ਦੇਣੀ ਹੈਗੀ ਹੈ ਤਾਂ 1500 ਏਕੜ ਹੈ, ਉਹ 1 ਰੁਪਿਆ ਪ੍ਰਤੀ ਏਕੜ ਤੇ ਦੇਣੀ ਹੈ, ਔਰ ਦੇਣੀ 33 ਸਾਲ ਲਈ ਹੈ। ਔਰ ਜਿਹੜੀ ਉਹਦਾ ਵਾਧਾ ਹੋ ਸਕਦਾ ਉਹ 99 ਈਅਰਸ ਲਈ ਹੋ ਸਕਦਾ ਹੈਗਾ। ਇਹ ਤੋਂ ਬਿਨਾਂ ਉਹਨਾਂ ਨੂੰ ਜਿਵੇਂ ਬਿਜਲੀ 2 ਰੁਪਏ ਯੂਨਿਟ ਦੇਣੀ ਹੈਗੀ ਹੈ। ਤੇ ਪੰਜਾਬ ਦੇ ਆਮ ਖਪਤਕਾਰਾਂ ਨੂੰ ਦੇਖੋ ਕਿੰਨੀ 8-9 ਰੁਪਏ ਬਿਜਲੀ ਪੈਂਦੀ ਹੈਗੀ ਹੈ। ਤਾਂ ਇੱਕ ਬੜੀ ਇੰਟਰਸਟਿੰਗ ਗੱਲ ਮੇਰੇ ਚੇਤੇ ਆ ਗਈ ਹੈ ਕਿ ਫਾਰਮਰ ਨੂੰ ਅਸੀਂ ਕਹਿੰਦੇ ਆ ਕਿ ਜੀ ਤੁਹਾਨੂੰ ਅਸੀਂ ਖੇਤੀ ਸੈਕਟਰ ਲਈ ਫ੍ਰੀ ਬਿਜਲੀ ਦਿੰਦੇ ਹਾਂ। ਸਾਰੇ ਕਿਤੇ ਇਹੀ ਰੌਲਾ ਪੈਂਦਾ ਕਿ ਖਤਮ ਕਰੋ ਜੀ। ਚਲੋ ਠੀਕ ਹੈ, ਉਹਦੀ ਥਾਂ ਤੇ ਕੋਈ ਅਲਟਰਨੇਟਿਵ ਹੋਣਾ ਚਾਹੀਦਾ, ਔਰ ਬੈਸਟ ਕੋਈ ਅਲਟਰਨੇਟਿਵ ਹੋਣਾ ਚਾਹੀਦਾ ਕੋਈ ਇੱਦਾਂ ਦਾ। ਪਰ ਜਿਹੜੇ ਸਾਡੇ ਵੱਡੇ ਇੰਡਸਟਰੀਲਿਸਟ ਹੈ ਪੰਜਾਬ ਦੇ, ਉਹਨਾਂ ਨੂੰ ਸਾਡਾ ਜਿਹੜਾ ਪਾਵਰਕੌਮ ਹੈ ਜਾਂ ਸਟੇਟ ਗਵਰਨਮੈਂਟ ਹੈ, ਸਾਲਾਨਾ ਇੱਕ ਖਪਤਕਾਰ ਨੂੰ 19 ਲੱਖ ਰੁਪਏ ਦੀ ਸਬਸਿਡੀ ਦਿੰਦੀ ਹੈ। ਉਹਦੀ ਕਿਤੇ ਭਾਵ ਨਹੀਂ ਨਿਕਲਦੀ, ਕਿਤੇ ਕੋਈ ਚਰਚਾ ਨਹੀਂ ਹੁੰਦੀ। ਪਰ ਜਿਹੜਾ ਸਾਡਾ ਕੰਜ਼ਿਊਮਰ ਐਗਰੀਕਲਚਰ ਸੈਕਟਰ ਵਾਲਾ, ਉਹਨੂੰ ਅਸੀਂ 44,000 ਰੁਪਏ ਦੀ ਸਬਸਿਡੀ ਦਿੰਦੇ ਹਾਂ ਸਾਲ 'ਚ। ਉਹਦੀ ਪੂਰੀ ਸਾਰੇ ਕਿਤੇ ਡੌਂਡੀ ਪਿੱਟੀ ਜਾਂਦੀ ਹੈਗੀ ਕਿ ਅਸੀਂ ਇਹ ਦੇ ਦਿੱਤਾ ਹੈਗਾ। ਸੋ ਇਹ ਗੱਲ ਹੈਗੀ ਹੈ ਕਿ ਜਦੋਂ ਵੱਡਿਆਂ ਨੂੰ, ਤੁਹਾਡੇ ਵਾਲੀ ਗੱਲ ਠੀਕ ਹੈ ਕਿ ਕਾਰਪੋਰੇਟਾਂ ਨੂੰ ਕੁਝ ਦੇਣਾ ਹੁੰਦਾ ਹੈ ਤਾਂ ਚੁੱਪ ਚਪੀਤੇ ਦਿੰਦੇ, ਫਾਰਮਰ ਵਾਲੀ ਜਿਹੜੀ ਹੈਗੀ ਹੱਥ ਘੁੱਟ ਲਿਆ ਜਾਂਦਾ ਹੈਗਾ। ਤੇ ਇਹਦੇ ਪਿੱਛੇ ਲੌਜਿਕ ਇਹ ਦਿੰਦੇ ਨੇ ਕਿ ਜੀ ਸਾਨੂੰ ਸਟੇਟ ਦੇ ਵਿੱਚ ਇਨਵੈਸਟਮੈਂਟ ਦੀ ਲੋੜ ਹੁੰਦੀ ਹੈ। ਸੈਕਿੰਡ, ਜਦੋਂ ਅਸੀਂ ਇਹ ਇਨਸੈਂਟਿਵ ਦਿੰਦੇ ਹਾਂ ਤਾਂ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਇਹ ਰੁਜ਼ਗਾਰ ਕ੍ਰੀਏਟ ਹੋਏਗਾ, ਇੰਪਲੋਇਮੈਂਟ ਕ੍ਰੀਏਟ ਹੋਏਗੀ। ਤਾਂ ਦੇਖਿਆ ਜਾਵੇ ਅੰਮ੍ਰਿਤ, ਤੇ ਸਾਡੇ ਐਗਰੀਕਲਚਰ ਸੈਕਟਰ 'ਚ ਜਿਹੜਾ ਕਿਸਾਨ ਹੈ ਸਭ ਤੋਂ ਵੱਧ ਇੰਪਲੋਇਮੈਂਟ ਜਨਰੇਟ ਕਰਦਾ ਹੈ। ਕਿੰਨੇ ਮਜ਼ਦੂਰ ਉਹਦੇ ਖੇਤ ਦੇ ਵਿੱਚ ਕੰਮ ਕਰਦੇ ਨੇ, ਫਿਰ ਉਹ ਸ਼ਹਿਰ ਜਾਂਦਾ, ਕਿੰਨੇ ਆੜ੍ਹਤੀਏ ਲੱਗੇ ਹੋਏ ਨੇ, ਕਿੰਨੇ ਮੰਡੀਆਂ ਦੇ ਵਿੱਚ ਲੇਬਰ ਹੈ, ਕਿੰਨੇ ਮਾਰਕੀਟ ਕਮੇਟੀਆਂ ਦਾ ਸਟਾਫ ਹੈ, ਕਿੰਨੇ ਪੈਸਟੀਸਾਈਡ ਵਾਲੇ ਡੀਲਰ ਹੈਗੇ ਨੇ, ਕਿੰਨੇ ਲੋਕ ਜੁੜੇ ਹੋਏ ਨੇ ਇਸ ਕਾਰੋਬਾਰ। ਸਭ ਤੋਂ ਵੱਡਾ ਰੁਜ਼ਗਾਰ ਤਾਂ ਜਿਹੜਾ ਫਾਰਮਰ ਦਿੰਦਾ ਹੈਗਾ। ਜਦੋਂ ਉਹਨੂੰ ਰਹਿਤਾ ਦੇਣੀਆਂ ਹੁੰਦੀਆਂ ਉਦੋਂ ਹੱਥ ਕੁੱਟ ਲਿਆ ਜਾਂਦਾ ਹੈ, ਤਾਂ ਉਦੋਂ ਜਿਹੜਾ ਖਜ਼ਾਨਾ ਹੈ ਸਾਡਾ ਉਹ ਵੀ ਖਾਲੀ ਹੋ ਜਾਂਦਾ ਹੈ। ਇੱਕ ਮੈਂ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਇਹਦੇ ਸੰਦਰਭ ਦੇ ਵਿੱਚ ਹੀ, ਕਿ ਪਿੱਛੇ ਜੇ ਸੈਂਟਰ ਗਵਰਨਮੈਂਟ ਨੇ ਇੱਕ ਸਕੀਮ ਲਿਆਂਦੀ ਉਡਾਨ। ਤੁਹਾਡੇ ਵੀ ਚੇਤੇ ਹੋਏਗਾ ਕਿ ਜਦੋਂ ਕਿਹਾ ਸੀ ਕਿ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਸਫ਼ਰ ਕਰ ਸਕਦਾ ਹੈਗਾ। ਉਹ ਕੰਟਰੀ ਦੇ 40 ਜਿਹੜੇ ਹਵਾਈ ਅੱਡੇ ਹੈ ਉਹਨਾਂ ਤੇ ਲਾਗੂ ਕੀਤੀ ਹੈ, ਔਰ 185 ਜਿਹੜੇ ਹਵਾਈ ਰੂਟ ਨੇ ਉਹਨਾਂ ਤੇ ਉਹ ਸਕੀਮ ਇੰਪਲੀਮੈਂਟ ਕੀਤੀ ਹੈ। ਉਡਾਨ ਸਕੀਮ ਹੈ ਜਿਹੜੀ, ਉਹਦੇ ਵਿੱਚ ਜਿਵੇਂ ਆਪਾਂ ਚਲੋ ਬਾਕੀਆਂ ਨੂੰ ਛੱਡ ਦਈਏ, ਜੇ ਆਪਾਂ ਪੰਜਾਬ ਦੀ ਗੱਲ ਕੀਤੀ ਹੈ ਤਾਂ ਸਾਡੇ ਇੱਥੇ ਬਠਿੰਡੇ ਵਾਲਾ ਏਅਰਪੋਰਟ ਡੋਮੈਸਟਿਕ ਹੈ ਜਿਹੜਾ, ਪਠਾਨਕੋਟ ਵਾਲਾ, ਲੁਧਿਆਣੇ ਵਾਲਾ, ਆਦਮਪੁਰਾ, ਇੱਥੇ ਉਹ ਲਾਗੂ ਕੀਤੀ ਗਈ ਹੈ। ਹੁਣ ਜੇ ਬਠਿੰਡੇ ਤੋਂ ਅੰਮ੍ਰਿਤ ਇੱਕ ਸਫ਼ਰ ਕਰਦਾ ਬੰਦਾ ਦਿੱਲੀ ਲਈ, ਉਹਦੇ ਜਿਹੜੇ 3300 ਰੁਪਏ ਉਹ ਸਰਕਾਰ ਦਿੰਦੀ ਹੈ।
ਔਰ ਜੇ ਕੋਈ ਬੰਦਾ ਬੱਸ ਤੇ ਬਠਿੰਡੇ ਦਿੱਲੀ ਜਾਵੇ ਤਾਂ ਉਹ 65 ਰੁਪਏ ਟੈਕਸ ਦਿੰਦਾ ਸਰਕਾਰ ਨੂੰ। ਜਿਹੜਾ ਬੱਸ ਦਾ ਯਾਤਰੀ ਆ, ਆਮ ਬੰਦਾ ਹੈਗਾ, ਉਹ ਜੇਬ ਚੋਂ 65 ਰੁਪਏ ਕੱਢਦਾ ਹੈਗਾ। ਪਰ ਜੇ ਕੋਈ ਬੰਦਾ ਧਨਾੜ ਹੈ, ਜਿਹੜਾ ਪਹੁੰਚ ਵਾਲਾ ਬੰਦਾ ਹੈਗਾ, ਜੇ ਉਹ ਹਵਾਈ ਸਫ਼ਰ ਕਰਦਾ ਹੈਗਾ ਤਾਂ ਸਰਕਾਰ 3300 ਰੁਪਏ ਦਿੰਦੀ ਹੈ ਉਹਨੂੰ। ਤਾਂ ਟੋਟਲ ਸਾਲਾਨਾ ਸਾਨੂੰ ਇਹ ਸਬਸਿਡੀ ਦਾ ਬੋਝ ਹੈ ਜਿਹੜਾ ਉਹ 30 ਕਰੋੜ ਦੇ ਆਸ-ਪਾਸ ਬਣ ਜਾਂਦਾ ਹੈ। ਔਰ 30 ਕਰੋੜ ਦੇ ਵਿੱਚੋਂ ਜਿਵੇਂ ਆਪਾਂ 3300 ਦੀ ਗੱਲ ਕੀਤੀ ਹੈ, 2400 2500 ਜਿਹੜਾ ਕਰਦੀ ਹੈਗੀ ਹੈ ਸਟੇਟ ਗਵਰਨਮੈਂਟ ਚੁੱਕਦੀ ਹੈ ਭਾਰ, ਤੇ ਬਾਕੀ ਸੈਂਟਰ ਗਵਰਨਮੈਂਟ ਚੁੱਕਦੀ ਹੈਗੀ ਹੈ। ਜੇ ਵੱਡਿਆਂ ਲਈ ਇਹ ਹੋ ਸਕਦਾ ਹੈ ਤਾਂ ਦੂਸਰਿਆਂ ਲਈ ਕਿਉਂ ਨਹੀਂ ਹੋ ਸਕਦਾ? ਕੁੱਲ ਮਿਲਾ ਕੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਪਾੜਾ ਹੈਗਾ, ਇਹ ਜਿਹੜਾ ਗੈਪ ਹੈ, ਇਹ ਮਿਟਣਾ ਚਾਹੀਦਾ ਹੈ। ਇਹ ਗੈਪ ਮੇਟ ਕੇ ਇਹਨੂੰ ਸਮੂਥ ਕਰਕੇ ਤਾਂ ਇੱਕ ਇਸ ਕਿਸਮ ਦਾ ਮਾਹੌਲ ਬਣਨਾ ਚਾਹੀਦਾ ਹੈ ਜਿਹਦੇ ਵਿੱਚ ਫਾਰਮਰ ਵੀ ਖੁਸ਼ ਹੋਵੇ ਔਰ ਇੰਡਸਟਰੀਲਿਸਟ ਵੀ ਖੁਸ਼ ਹੋਵੇ ਔਰ ਉਹਨਾਂ ਦਾ ਆਪਸੀ ਤਾਲਮੇਲ ਵੀ ਬਣੇ। ਸੋ ਇਸ ਆਪਣਾ ਟਾਈਮ ਵੀ ਹੋ ਗਿਆ ਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਪੰਜਾਬ ਨੂੰ ਇਸ ਵੇਲੇ ਕਪਤਾਨ ਦੀ ਨਹੀਂ ਲੋੜ, ਪੰਜਾਬ ਨੂੰ ਲੋੜ ਹੈ ਜਰਨੈਲ ਦੀ, ਜਿਹੜਾ ਪੰਜਾਬ ਦੇ ਕਿਸਾਨਾਂ ਲਈ ਸੋਚੇ, ਪੰਜਾਬ ਦੀ ਜਿਹੜੀ ਐਗਰੀਕਲਚਰ ਕ੍ਰਾਈਸਿਸ ਹੈ ਇਹਦੇ ਵਿੱਚੋਂ ਕੱਢੇ। ਜਿਵੇਂ ਨਾਰਮਲੀ ਮੈਂ ਕਿਸੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ, ਮੈਂ ਪੁੱਛਿਆ ਇਹਦਾ ਹੱਲ ਕੀ ਹੈ, ਤਾਂ ਉਹਦਾ ਮੈਨੂੰ ਜਵਾਬ ਬੜਾ ਅੱਛਾ ਲੱਗਿਆ। ਉਹ ਕਹਿੰਦਾ ਜੀ ਇਹਦਾ ਇਹ ਹੱਲ ਹੈ ਕਿ ਜਿਹੜਾ ਬੰਦਾ ਚੋਣ ਲੜੇ ਉਹ ਇਹ ਸਹੁੰ ਖਾਵੇ ਮੈਂ ਅਗਲੀ ਚੋਣ ਨਹੀਂ ਲੜਨੀ, ਜਿਹੜਾ ਸੀਐਮ ਬਣੇ। ਤਾਂ ਜਦੋਂ ਸਾਡੇ ਸੀਐਮ ਕੈਪਟਨ ਅਮਰਿੰਦਰ ਸਿੰਘ ਬਣੇ ਸੀ ਤਾਂ ਇਹਨਾਂ ਨੇ ਵੀ ਕਿਹਾ ਸੀ ਕਿ ਮੇਰੀ ਆਖਰੀ ਚੋਣ ਹੈ। ਤਾਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਿਆ ਹੋਏਗਾ ਵੀ ਇਹਦੀ ਆਖਰੀ ਚੋਣ ਹੈ, ਵੀ ਸ਼ਾਇਦ ਪੰਜਾਬ ਦਾ ਭਲਾ ਹੋਏਗਾ। ਪਰ ਉਦੋਂ ਸਾਰੇ ਠੰਬਰ ਗਏ ਕਿ ਜਦੋਂ ਇਹਨੇ ਕਹਿ ਦਿੱਤਾ ਕਿ ਜੀ ਮੈਂ ਮੁੜ ਕੇ ਵੀ ਚੋਣ ਲੜਾਂਗਾ। ਤਾਂ ਸੋ ਜ਼ਰੂਰੀ ਹੈ ਕਿ ਪੰਜਾਬ ਨੂੰ ਕੋਈ ਐਸਾ ਕਪਤਾਨ, ਐਸਾ ਕੋਈ ਜਰਨੈਲ ਮਿਲੇ ਕਿ ਜਿਹੜਾ ਇਹ ਸੋਚ ਕੇ ਕਿ ਮੈਂ ਅਗਲੀ ਚੋਣ ਨਹੀਂ ਲੜਨੀ, ਮੈਂ ਪੰਜਾਬ ਦਾ ਭਲਾ ਕਰਨਾ ਹੈ, ਤਾਂ ਪੰਜਾਬ ਦੇ ਲੋਕ ਫਿਰ ਉਹਨੂੰ ਘਰ ਬੈਠੇ ਨੂੰ ਸੀਐਮ ਬਣਾਉਣਗੇ। ਸੋ ਇਹ ਸਨ ਸਾਡੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਜੀ। ਭਲਕੇ ਫਿਰ ਅਸੀਂ ਨਵਾਂ ਮੁੱਦਾ ਲੈ ਕੇ ਇਸੇ ਟਾਈਮ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ।